ਨਰਿੰਦਰ ਸਿੰਘ ਕਪੂਰ ਦੀ ਕਿਤਾਬ ਡੂੰਘੀਆਂ ਸਿਖਰਾਂ, ਭਾਗ ਚੌਥਾ, ਯੋਗਤਾ ਅਤੇ ਸਮਰੱਥਾ। ਯੋਗਤਾ ਜੇ ਵਰਤੀ ਨਾ ਜਾਵੇ ਤਾਂ ਇਹ ਗੁਆਚ ਜਾਂਦੀ ਹੈ। ਅਣਵਰਤੀ ਯੋਗਤਾ ਪਛਤਾਵੇ ਦਾ ਕਾਰਨ ਬਣਦੀ ਹੈ। ਯੋਗਤਾ ਗਰੀਬ ਦੀ ਦੌਲਤ ਹੁੰਦੀ ਹੈ। ਇਸ ਨੂੰ ਵਰਤਣ ਨਾਲ ਗਰੀਬ ਖੁਸ਼ਹਾਲ ਹੋ ਜਾਂਦੇ ਹਨ। ਵਿਕਾਸ ਕਰਨ ਦੀ ਯੋਗਤਾ ਅਤੇ ਮਿਹਨਤ ਦੀ ਸਮਰੱਥਾ ਤੋਂ ਬਿਨਾਂ ਅਮੀਰ ਨਹੀਂ ਹੋਇਆ ਜਾ ਸਕਦਾ। ਗਿਆਨ ਵਾਂਗ ਧਨ ਨੂੰ ਸੰਭਾਲਣ ਦੀ ਵੀ ਯੋਗਤਾ ਹੁੰਦੀ ਹੈ। ਕਈਆਂ ਕੋਲ ਸੰਭਾਲਣ ਦੀ ਯੋਗਤਾ ਘੱਟ ਹੁੰਦੀ ਹੈ, ਪਰ ਵਿਰਸੇ ਵਿੱਚੋਂ ਜਾਂ ਮਾਪਿਆਂ ਕੋਲੋਂ ਧਨ ਮਿਲ ਵੱਧ ਜਾਂਦਾ ਹੈ। ਅਜਿਹੇ ਲੋਕਾਂ ਕੋਲੋਂ ਬਹੁਤਾ ਧਨ ਚਲਾ ਜਾਂਦਾ ਹੈ ਅਤੇ ਉਤਨਾ ਕੁ ਹੀ ਬਚਦਾ ਹੈ ਜਿਤਨੇ ਨੂੰ ਸੰਭਾਲਣ ਦੀ ਯੋਗਤਾ ਅਤੇ ਸਮਰੱਥਾ ਹੁੰਦੀ ਹੈ। ਲੋੜ ਯੋਗਤਾ ਅਤੇ ਸਮਰੱਥਾ ਨੂੰ ਵਧਾਉਣ ਦੀ ਹੈ। ਬਾਣੀਏ ਕੋਲ ਬਹੁਤ ਧਨ ਹੁੰਦਾ ਹੈ ਕਿਉਂਕਿ ਉਸ ਵਿੱਚ ਬਚਾਉਣ ਦੀ ਯੋਗਤਾ ਅਤੇ ਸੰਭਾਲਣ ਦੀ ਸਮਰੱਥਾ ਹੁੰਦੀ ਹੈ, ਪਰ ਬਾਣੀਏ ਕੋਲ ਜ਼ਮੀਨ ਖੇਤ ਦੀ ਰਾਖੀ ਕਰਨ ਦੀ ਯੋਗਤਾ ਨਹੀਂ ਹੁੰਦੀ। ਕਿਸਾਨ ਹਮੇਸ਼ਾ ਥੋੜ੍ਹਿਆ ਹੀ ਰਹਿੰਦਾ ਹੈ ਕਿਉਂਕਿ ਉਸ ਦਾ ਧਿਆਨ ਖਰਚਣ 'ਤੇ ਹੁੰਦਾ ਹੈ ਅਤੇ ਕਈ ਵਾਰੀ ਉਧਾਰ ਲੈ ਕੇ ਵੀ ਖਰਚਿਆ ਜਾਂਦਾ ਹੈ। ਕਿਸਾਨ ਕੋਲ ਜ਼ਮੀਨ ਸੰਭਾਲਣ ਦੀ ਯੋਗਤਾ ਤਾਂ ਹੁੰਦੀ ਹੈ, ਪਰ ਧਨ ਸੰਭਾਲਣ ਦੀ ਨਹੀਂ। ਸੋ ਉਸ ਕੋਲ ਧਨ ਅਮੁੱਕ ਹੋਣ ਦੇ ਬਾਵਜੂਦ ਬਚਦਾ ਨਹੀਂ। ਸਹੀ ਅਰਥਾਂ ਵਿੱਚ ਜਿਹੜਾ ਵਿਅਕਤੀ ਅਮੀਰ ਹੁੰਦਾ ਹੈ, ਉਸ ਦੀ ਨਿਸ਼ਾਨੀ ਇਹ ਹੋਵੇਗੀ ਕਿ ਉਹ ਆਪਣੀ ਅਮੀਰੀ ਨੂੰ ਛੁਪਾਉਣ ਦਾ ਯਤਨ ਕਰੇਗਾ, ਜਦੋਂ ਕਿ ਹੋਸ਼ਾ ਵਿਅਕਤੀ ਆਪਣੀ ਅਸਲੀਅਤ ਨਾਲੋਂ ਵੱਧ ਅਮੀਰ ਪ੍ਰਤੀਤ ਹੋਣ ਦੇ ਯਤਨ ਵਿੱਚ ਹੀ ਡੁੱਬ ਜਾਵੇਗਾ। ਕਿਸਮਤ ਨਾਲ ਜਾਂ ਸਿਫਾਰਿਸ਼ ਨਾਲ ਤੁਹਾਨੂੰ ਕੋਈ ਨੌਕਰੀ ਜਾਂ ਅਫਸਰ ਮਿਲ ਸਕਦਾ ਹੈ, ਪਰ ਇਹ ਨੌਕਰੀ ਤੁਹਾਡੇ ਕੋਲ ਰਹੇਗੀ ਤਾਂ ਹੀ ਜੇ ਰੱਖਣ ਦੀ ਸਮਰੱਥਾ ਅਤੇ ਮਿਲੇ ਅਫਸਰ ਦੇ ਹਾਣ ਦੇ ਹੋਣ ਦੀ ਯੋਗਤਾ ਹੋਵੇਗੀ। ਦੁਕਾਨ ਖੋਲ੍ਹਣੀ ਸੌਖੀ ਹੈ, ਕੰਮ ਧੰਦਾ ਆਰੰਭ ਕਰਨ ਦਾ ਚਾਅ ਹੁੰਦਾ ਹੈ। ਕਿਸੇ ਦੀ ਨਕਲ ਕਰਨੀ ਔਖੀ ਨਹੀਂ ਲੱਗਦੀ, ਪਰ ਦੁਕਾਨ ਖੁੱਲ੍ਹੀ ਰਹਿਣੀ ਔਖੀ ਹੈ। ਪਰ ਦੁਕਾਨ ਖੁੱਲ੍ਹੀ ਰੱਖਣੀ ਔਖੀ ਹੈ, ਕੰਮ ਧੰਦੇ ਨੂੰ ਚਲਾਉਣਾ ਸੌਖਾ ਨਹੀਂ। ਯੋਗਤਾ ਨਾ ਹੋਵੇ ਤਾਂ ਨਕਲ ਕਰਨੀ ਬੜੀ ਮਹਿੰਗੀ ਪੈਂਦੀ ਹੈ। ਲੱਖਾਂ ਹੀ ਨਹੀਂ ਕਰੋੜਾਂ ਲੋਕ ਆਪਣੀ ਯੋਗਤਾ ਸਮਰੱਥਾ ਸਮਝੇ ਬਿਨਾਂ ਜ਼ਿੰਦਗੀ ਦਾ ਜੁਰਮਾਨਾ ਭਰ ਰਹੇ ਹਨ। ਇੱਛਾ ਤਾਂ ਹੁੰਦੀ ਹੈ ਪਰ ਯੋਗਤਾ ਨਹੀਂ ਹੁੰਦੀ। ਅਵਸਰ ਤਾਂ ਮਿਲਦਾ ਹੈ ਪਰ ਸਮਰੱਥਾ ਜਵਾਬ ਦੇ ਜਾਂਦੀ ਹੈ। ਸਕੂਲ, ਕਾਲਜ, ਵਪਾਰ, ਸਮਾਜ ਅਤੇ ਸੰਸਾਰ ਵਿੱਚ ਮਿਹਨਤ ਤੋਂ ਬਿਨਾਂ ਕੋਈ ਵੱਡੀ ਪ੍ਰਾਪਤੀ ਸੰਭਵ ਨਹੀਂ ਹੁੰਦੀ। ਖੇਤਰ ਕੋਈ ਵੀ ਹੋਵੇ, ਉਸ ਵਿੱਚ ਥੋੜ੍ਹੇ ਜਿਹੇ ਵਿਅਕਤੀ ਹੀ ਮਿਹਨਤ ਦੇ ਉਦੇਸ਼ ਨਾਲ ਦਾਖਲ ਹੁੰਦੇ ਹਨ। ਬਾਕੀ ਆਪਣਾ ਦਾਅ ਲਾਉਣ ਦਾ ਯਤਨ ਕਰਦੇ ਹਨ, ਪਰ ਥੋੜ੍ਹੇ ਜਿਹੇ ਅਰਸੇ ਵਿੱਚ ਹੀ ਉਹਨਾਂ ਦੇ ਜਿੱਤਣ ਹਾਰਨ ਦਾ ਨਿਰਣਾ ਹੋ ਜਾਂਦਾ ਹੈ ਅਤੇ ਬਹੁਤੇ ਕੇਵਲ ਸੁਪਨੇ ਵੇਖਣ ਵਾਲਿਆਂ ਦੀ ਭੀੜ ਵਿੱਚ ਗੁਆਚ ਜਾਂਦੇ ਹਨ। ਪੌੜੀ ਦੇ ਸਿਖਰਲੇ ਡੰਡੇ 'ਤੇ ਪਹੁੰਚਣ ਲਈ ਭੀੜ ਵਿੱਚੋਂ ਲੰਘਣਾ ਪਵੇਗਾ। ਭੀੜ ਲੰਘਣ ਨਹੀਂ ਦੇਵੇਗੀ, ਆਪਣੀ ਯੋਗਤਾ ਦੇ ਜ਼ੋਰ ਨਾਲ ਲੰਘਣਾ ਪਵੇਗਾ। ਜਦੋਂ ਤੁਹਾਡੀ ਯੋਗਤਾ ਨਿਰਵਿਵਾਦ ਢੰਗ ਨਾਲ ਸਥਾਪਿਤ ਹੋ ਜਾਵੇਗੀ ਤਾਂ ਭੀੜ ਤੁਹਾਡੇ ਲਈ ਆਪੇ ਰਾਹ ਛੱਡੇਗੀ। ਜੇਤੂਆਂ ਨੂੰ ਰੋਕਿਆ ਨਹੀਂ ਜਾਂਦਾ, ਉਹਨਾਂ ਉੱਤੇ ਫੁੱਲ ਬਰਸਾਏ ਜਾਂਦੇ ਹਨ। ਸਥਾਪਿਤ ਹੋ ਚੁੱਕੀ ਯੋਗਤਾ ਨੂੰ ਸਮਰੱਥਾ ਕਹਿੰਦੇ ਹਨ, ਜਦੋਂ ਕਿ ਅਮਲ ਵਿੱਚ ਲਿਆਂਦੀ ਸਮਰੱਥਾ ਯੋਗਤਾ ਅਖਵਾਉਂਦੀ ਹੈ। ਯੋਗਤਾ ਅਤੇ ਸਮਰੱਥਾ ਦੋਹਾਂ ਦਾ ਆਧਾਰ ਸਿਆਣਪ ਨਾਲ ਅਤੇ ਸਪਸ਼ਟ ਉਦੇਸ਼ ਅਧੀਨ ਕੀਤੀ ਮਿਹਨਤ ਹੁੰਦੀ ਹੈ। ਇਹਨਾਂ ਗੁਣਾਂ ਵਿੱਚੋਂ ਸਫਲਤਾ ਉਪਜਦੀ ਹੈ। ਸਫਲ ਵਿਅਕਤੀ ਜਦੋਂ ਕਿਸੇ ਕੰਮ ਨੂੰ ਵੇਖਦਾ ਹੈ ਤਾਂ ਸੋਚਦਾ ਹੈ, ਸਾਰੇ ਕਹਿੰਦੇ ਹਨ ਕਿ ਇਹ ਕੰਮ ਔਖਾ ਹੈ, ਇਸੇ ਕਰਕੇ ਮੈਂ ਇਹ ਕਰਾਂਗਾ।
ਉਹ ਸੋਚੇਗਾ ਮੈਂ ਇਹ ਕਰ ਸਕਦਾ ਹਾਂ, ਇਹ ਮੈਨੂੰ ਹੀ ਕਰਨਾ ਚਾਹੀਦਾ ਹੈ। ਜਿਨ੍ਹਾਂ ਨੇ ਅਸਫਲ ਹੀ ਹੋਣਾ ਹੁੰਦਾ ਹੈ, ਉਹ ਗੁੱਸੇ ਨਾਲ ਬਹਿਸ ਕਰਕੇ ਇਹ ਸਾਬਤ ਕਰਨਗੇ ਇਹ ਕੰਮ ਮੇਰਾ ਨਹੀਂ, ਮੈਂ ਇਹ ਕਿਉਂ ਕਰਾਂ। ਗੁੱਸਾ ਕਦੇ ਵੀ ਤਰਕ ਨਹੀਂ ਬਣਦਾ। ਗੁੱਸਾ ਤਾਕਤ ਵਿੱਚੋਂ ਨਹੀਂ, ਕਮਜ਼ੋਰੀ ਵਿੱਚੋਂ ਉਪਜਦਾ ਹੈ। ਬਹਿਸ ਗੱਲਬਾਤ ਦੀ ਸਭ ਤੋਂ ਨੀਵੀਂ ਵੰਨਗੀ ਹੁੰਦੀ ਹੈ। ਬਹਿਸ ਨੂੰ ਜਿੱਤਣ ਅਤੇ ਹਾਰਨ ਦੋਹਾਂ ਵਿੱਚ ਨੁਕਸਾਨ ਹੁੰਦਾ ਹੈ। ਬਹਿਸ ਨੂੰ ਜਿੱਤਣ ਅਤੇ ਹਾਰਨ ਵਾਲੇ ਦੋਵੇਂ ਕੰਮ ਨਹੀਂ ਕਰਨਗੇ। ਧਿਆਨ ਨਾਲ ਵੇਖਣਾ, ਬਹਿਸ ਕਰਦਿਆਂ ਕੋਈ ਸੋਹਣਾ ਨਹੀਂ ਲੱਗਦਾ। ਸਿਆਣੇ ਸਹਿਮਤ ਹੁੰਦੇ ਹਨ, ਮੂਰਖ ਬਹਿਸ ਕਰਦੇ ਹਨ। ਸਿਆਣੇ ਕੰਮ ਕਰਦੇ ਹਨ, ਮੂਰਖ ਬਹਾਨੇ ਲਾਉਂਦੇ ਹਨ। ਸਿਆਣੇ ਅਤੇ ਯੋਗ ਵਿਅਕਤੀ ਦੀ ਇਹ ਪਛਾਣ ਹੁੰਦੀ ਹੈ ਕਿ ਉਹ ਅਸਪਸ਼ਟ ਅਤੇ ਅਧੂਰੇ ਤੱਥਾਂ ਦੇ ਆਧਾਰ 'ਤੇ ਵੀ ਠੀਕ ਅਨੁਮਾਨ ਲਾ ਸਕਦਾ ਹੈ। ਵਾਸਤਵ ਵਿੱਚ ਯੋਗਤਾ ਨਵੀਆਂ ਅਣਕਿਆਸੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਰੱਥਾ ਦਾ ਦੂਜਾ ਨਾਂ ਹੈ। ਇੱਕ ਵਾਰੀ ਪਹਾੜੀ ਢਲਾਣ ਉੱਤੇ ਇੱਕ ਵਿਅਕਤੀ ਨੇ ਪੰਚਰ ਹੋਏ ਟਾਇਰ ਦੇ 4 ਨਟ ਖੋਲ੍ਹ ਕੇ ਰੱਖੇ, ਪਰ ਉਹ ਢਲਾਣ ਕਾਰਨ ਰੁੜ ਗਏ। ਉਹ ਬੜਾ ਪਰੇਸ਼ਾਨ ਸੀ। ਉਸ ਨੂੰ ਵੇਖ ਕੇ ਇੱਕ ਲੰਘਦੇ ਯੋਗ ਵਿਅਕਤੀ ਨੇ ਕਿਹਾ, ਜਿਹੜੇ 3 ਪਹੀਏ ਠੀਕ ਹਨ, ਉਹਨਾਂ ਦਾ ਇੱਕ ਨਟ ਖੋਲ੍ਹ ਕੇ ਕੰਮ ਚਲਾ ਲਓ, ਪਰੇਸ਼ਾਨ ਨਾ ਹੋਵੋ। ਜੇ ਸਮਰੱਥਾ ਨੇਮਬੱਧ ਹੋ ਜਾਵੇ ਤਾਂ ਇਹ ਯੋਗਤਾ ਬਣ ਕੇ ਵਿਅਕਤੀ ਦੇ ਮਾਹਿਰ ਹੋਣ ਦੀ ਵਿਸ਼ੇਸ਼ ਪਛਾਣ ਬਣ ਜਾਂਦੀ ਹੈ। ਜਿਹੜਾ ਵਿਅਕਤੀ ਆਪਣੀ ਨਿਪੁੰਨ ਕਾਰਗੁਜ਼ਾਰੀ ਨੂੰ ਦੁਹਰਾ ਨਹੀਂ ਸਕਦਾ, ਉਹ ਯੋਗ ਨਹੀਂ ਹੈ। ਕਿਸੇ ਮੁਲਾਕਾਤ ਵੇਲੇ ਉਮੀਦਵਾਰਾਂ ਦੇ ਸਰਟੀਫਿਕੇਟ ਇਸ ਉਦੇਸ਼ ਨਾਲ ਵੇਖੇ ਜਾਂਦੇ ਹਨ ਕਿ ਉਹਨਾਂ ਵਿੱਚ ਨਿਰੰਤਰ ਮਿਹਨਤ ਕਰਨ ਦੀ ਯੋਗਤਾ ਹੈ ਕਿ ਨਹੀਂ। ਯੋਗ ਵਿਅਕਤੀਆਂ ਦੀ ਕਾਰਗੁਜ਼ਾਰੀ ਵਿੱਚ ਇਕਸੁਰਤਾ ਅਤੇ ਨਿਰੰਤਰਤਾ ਹੁੰਦੀ ਹੈ। ਬਾਕੀਆਂ ਦੀ ਕਾਰਗੁਜ਼ਾਰੀ ਵਿੱਚ ਜਾਂ ਟੋਏ ਹੁੰਦੇ ਹਨ ਜਾਂ ਟਿੱਬੇ। ਯੋਗ ਵਿਅਕਤੀ ਗੰਭੀਰ ਅਤੇ ਸ਼ਾਂਤ ਹੁੰਦੇ ਹਨ। ਉਹ ਸਮੱਸਿਆ ਨੂੰ ਹੱਲ ਕਰਨ ਦੀ ਦ੍ਰਿਸ਼ਟੀ ਨਾਲ ਵੇਖਦੇ ਹਨ। ਤਾਕਤਵਰ ਵਿਅਕਤੀ ਸ਼ਾਂਤ ਹੁੰਦੇ ਹਨ, ਕਿਉਂਕਿ ਸ਼ਾਂਤ ਹੋਣਾ ਆਪਣੇ ਆਪ ਵਿੱਚ ਇੱਕ ਤਾਕਤ ਹੈ। ਅਜੇ ਤੱਕ ਕੋਈ ਵੀ ਵਿਅਕਤੀ ਸਬੱਬ ਨਾਲ ਜਾਂ ਅਚਾਨਕ ਹੀ ਸਮਰੱਥਾਵਾਨ ਅਤੇ ਯੋਗ ਨਹੀਂ ਬਣਿਆ। ਹੰਢਣਸਾਰ ਯੋਗਤਾ ਅਤੇ ਚਰਿੱਤਰ ਨੀਵੀਆਂ ਆਦਤਾਂ ਨਾਲ ਨਹੀਂ ਉਸਰਦੇ। ਆਲੇ ਦੁਆਲੇ ਵਿੱਚ ਕਿਸੇ ਖੁਸ਼ਹਾਲ ਅਮੀਰ ਪਰਿਵਾਰ ਨੂੰ ਵੇਖਣ 'ਤੇ ਪਤਾ ਲੱਗੇਗਾ ਕਿ ਇੱਕ ਪੀੜ੍ਹੀ ਸੰਘਣੀ ਮਿਹਨਤ, ਯੋਗਤਾ ਅਤੇ ਕੁਰਬਾਨੀ ਨਾਲ ਖੁਸ਼ਹਾਲੀ ਉਸਾਰਦੀ ਹੈ। ਨਾਲ ਚੱਲ ਰਹੀ ਦੂਜੀ ਪੀੜ੍ਹੀ ਉਸ ਦਾ ਫਲ ਖਾਂਦੀ ਹੈ, ਜਦੋਂ ਕਿ ਅਕਸਰ ਅਗਲੇਰੀ ਪੀੜ੍ਹੀ ਉਸ ਖੁਸ਼ਹਾਲੀ ਨੂੰ ਇਸ ਲਈ ਉਜਾੜਦੀ ਹੈ ਕਿਉਂਕਿ ਉਸ ਵਿੱਚ ਮਿਹਨਤ ਦੀ ਯੋਗਤਾ ਅਤੇ ਖੁਸ਼ਹਾਲੀ ਸੰਭਾਲਣ ਦੀ ਸਮਰੱਥਾ ਨਹੀਂ ਹੁੰਦੀ। ਤੀਜੀ ਪੀੜ੍ਹੀ ਆਪਣੇ ਚਰਿੱਤਰ ਦੇ ਹਨੇਰੇ ਪੱਖ ਹੀ ਰੌਸ਼ਨ ਕਰਦੀ ਹੈ। ਮੁਸੀਬਤ ਅਤੇ ਸੰਕਟ ਵਿੱਚ ਚਰਿੱਤਰ ਬਣਦਾ ਨਹੀਂ, ਪ੍ਰਗਟ ਹੁੰਦਾ ਹੈ। ਕਿਸੇ ਨਾ ਕਿਸੇ ਪੱਖੋਂ ਹਰੇਕ ਵਿਅਕਤੀ ਯੋਗ ਹੁੰਦਾ ਹੈ, ਪਰ ਉਸ ਵਾਸਤੇ ਆਪਣੀ ਯੋਗਤਾ ਦੀ ਆਪ ਪਛਾਣ ਕਰਨੀ ਸੌਖੀ ਨਹੀਂ ਹੁੰਦੀ। ਇਸ ਪਛਾਣ ਲਈ ਅਸੀਂ ਸਕੂਲਾਂ ਕਾਲਜਾਂ ਵਿੱਚ ਦਾਖਲ ਹੁੰਦੇ ਹਾਂ। ਜਿਹੜੇ ਆਪਣੀ ਯੋਗਤਾ ਦਾ ਕੱਦ ਕਾਠ ਸਮਝ ਜਾਂਦੇ ਹਨ, ਉਹ ਆਪਣਾ ਕਾਰਜ ਖੇਤਰ ਸੌਖਿਆਂ ਨਿਰਧਾਰਿਤ ਕਰ ਲੈਂਦੇ ਹਨ। ਜਿਹੜੇ ਨਹੀਂ ਸਮਝਦੇ, ਉਹ ਆਪਣੀ ਸ਼ਕਤੀ ਅਜਾਈ ਗਵਾਉਂਦੇ ਰਹਿੰਦੇ ਹਨ। ਜਦੋਂ ਉਦੇਸ਼ ਮਿਲ ਜਾਵੇ ਤਾਂ ਰਾਹ ਖੁੱਲ੍ਹ ਜਾਂਦੇ ਹਨ। ਜਦੋਂ ਰਾਹ ਖੁੱਲ੍ਹ ਜਾਵੇ ਤਾਂ ਛੁਪੀ ਸਮਰੱਥਾ ਜਾਗ ਪੈਂਦੀ ਹੈ ਅਤੇ ਰੁਕਾਵਟਾਂ ਲੋਪ ਹੋ ਜਾਂਦੀਆਂ ਹਨ। ਇੱਕ ਡਾਕਟਰ ਨੇ ਦੱਸਿਆ ਕਿ ਉਹ ਡਾਕਟਰ ਕਿਵੇਂ ਬਣਿਆ। ਇੱਕ ਵਾਰੀ ਮੇਰਾ ਵੱਡਾ ਭਰਾ ਬੜਾ ਸਖਤ ਬਿਮਾਰ ਪੈ ਗਿਆ। ਅਸੀਂ ਉਸ ਦੇ ਬਚਣ ਦੀ ਉਮੀਦ ਲਾ ਬੈਠੇ ਸਾਂ। ਇਹ ਉਹ ਦਿਨ ਸਨ ਜਦੋਂ ਖੇਤਾਂ ਵਿੱਚ ਬੜਾ ਕੰਮ ਹੁੰਦਾ ਹੈ। ਸਾਰਾ ਪਰਿਵਾਰ ਖੇਤਾਂ ਵਿੱਚ ਸੀ। ਪੁੱਜਤ
ਨਾ ਹੋਣ ਦੇ ਬਾਵਜੂਦ ਮੇਰਾ ਪਿਤਾ ਸ਼ਹਿਰ ਵੱਲ ਭੱਜਿਆ ਅਤੇ ਡਾਕਟਰ ਨੂੰ ਪਿੰਡ ਲਿਆਇਆ। ਡਾਕਟਰ ਨੇ ਮੇਰੇ ਭਰਾ ਦੀਆਂ ਅੱਖਾਂ ਵੇਖੀਆਂ, ਨਬਜ਼ ਵੇਖੀ। ਉਹ ਸਭ ਕੁਝ ਕੀਤਾ ਜੋ ਇੱਕ ਯੋਗ ਡਾਕਟਰ ਨੂੰ ਕਰਨਾ ਚਾਹੀਦਾ ਸੀ। ਅਸੀਂ ਸਾਰੇ ਮਰੀਜ਼ ਦੇ ਆਲੇ ਦੁਆਲੇ ਉਸ ਨੂੰ ਜ਼ਿੰਦਗੀ ਮੌਤ ਵਿੱਚ ਲਟਕਦਿਆਂ ਵੇਖ ਰਹੇ ਸਾਂ। ਮੈਂ ਆਪਣੇ ਮਾਪਿਆਂ ਦੇ ਚਿਹਰੇ 'ਤੇ ਇਤਨੀ ਡੂੰਘੀ ਚਿੰਤਾ ਪਹਿਲਾਂ ਕਦੇ ਨਹੀਂ ਸੀ ਵੇਖੀ। ਇਹ ਚਿੰਤਾ ਉਹ ਮਾਪੇ ਹੀ ਸਮਝ ਸਕਦੇ ਹਨ ਜਿਨ੍ਹਾਂ ਦੇ ਹੱਥੋਂ ਉਹਨਾਂ ਦਾ ਜਵਾਨ ਪੁੱਤਰ ਤਿਲਕ ਰਿਹਾ ਹੋਵੇ। ਜਾਂਚ ਉਪਰੰਤ ਡਾਕਟਰ ਨੇ ਕਿਹਾ, ਚਿੰਤਾ ਵਾਲੀ ਕੋਈ ਗੱਲ ਨਹੀਂ, ਤੁਹਾਡਾ ਬੇਟਾ ਜਲਦ ਹੀ ਠੀਕ ਹੋ ਜਾਵੇਗਾ। ਇਹਨਾਂ ਸ਼ਬਦਾਂ ਦਾ ਮੇਰੇ ਮਾਤਾ ਪਿਤਾ ਦੇ ਚਿਹਰੇ 'ਤੇ ਇਤਨਾ ਸੁਖਾਵਾਂ ਅਸਰ ਹੋਇਆ ਕਿ ਮੈਂ ਉਸੇ ਵੇਲੇ ਫੈਸਲਾ ਕਰ ਲਿਆ ਕਿ ਮੈਂ ਡਾਕਟਰ ਬਣਾਂਗਾ ਅਤੇ ਕਈਆਂ ਦੀ ਚਿੰਤਾ ਦਾ ਪ੍ਰਸੰਨਤਾ ਵਿੱਚ ਅਨੁਵਾਦ ਕਰਾਂਗਾ। ਅਧਿਆਪਕਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਵਿਦਿਆਰਥੀ ਲਾਇਕ ਜਾਂ ਨਾਲਾਇਕ ਨਹੀਂ ਹੁੰਦੇ। ਜਿਨ੍ਹਾਂ ਦੀ ਯੋਗਤਾ ਜਾਗ ਪੈਂਦੀ ਹੈ ਜਾਂ ਜਗਾ ਦਿੱਤੀ ਜਾਂਦੀ ਹੈ ਉਹ ਲਾਇਕ ਹੋ ਜਾਂਦੇ ਹਨ, ਪੱਥਰਾਂ ਤੋਂ ਹੀਰੇ ਬਣ ਜਾਂਦੇ ਹਨ। ਪਰ ਜਿਨ੍ਹਾਂ ਦੀ ਸਮਰੱਥਾ ਸੁੱਤੀ ਰਹਿੰਦੀ ਹੈ ਉਹ ਸਕੂਲ ਬਦਲਦੇ ਹਨ, ਜਮਾਤ ਨਹੀਂ ਬਦਲਦੇ। ਵਿਦਿਆਰਥੀ ਮਾਲ ਗੱਡੀ ਦੇ ਡੱਬਿਆਂ ਵਰਗੇ ਹੁੰਦੇ ਹਨ। ਅਧਿਆਪਕ ਇੰਜਣ ਦਾ ਕਾਰਜ ਕਰਦੇ ਹਨ। ਖਾਲੀ ਡੱਬੇ ਬੜਾ ਖੜਾਕ ਕਰਦੇ ਹਨ। ਜਿਹੜੇ ਭਰੇ ਹੁੰਦੇ ਹਨ ਉਹ ਚੁੱਪ ਕਰਕੇ ਲੰਘ ਜਾਂਦੇ ਹਨ। ਜਿਹੜੇ ਜਾਗਦੇ ਹਨ ਉਹੀ ਪਹੁੰਚਦੇ ਹਨ। ਜਿਹੜੇ ਰਾਤਾਂ ਜਾਗ ਕੇ ਮਿਹਨਤ ਕਰਦੇ ਹਨ, ਇੱਕ ਦਿਨ ਅਚਾਨਕ ਸਵੇਰੇ ਸਾਰੇ ਲੋਕ ਉਹਨਾਂ ਦੇ ਘਰ ਵਧਾਈ ਦੇਣ ਆ ਰਹੇ ਹੁੰਦੇ ਹਨ। ਇੱਕ ਵਾਰੀ ਕਿਸੇ ਥਾਂ ਵਿਸ਼ਾਲ ਸਤਸੰਗ ਹੋ ਰਿਹਾ ਸੀ। ਪੰਡਾਲ ਤੋਂ ਬਾਹਰ ਇੱਕ ਪੰਡਤ ਨੇ ਇੱਕ ਸ਼ਰਧਾਲੂ ਨੂੰ ਪੁੱਛਿਆ, ਜਿਹੜੇ ਬੋਲ ਰਹੇ ਹਨ ਤੁਸੀਂ ਉਹਨਾਂ ਨੂੰ ਭਗਵਾਨ ਕਿਉਂ ਕਹਿੰਦੇ ਹੋ? ਸ਼ਰਧਾਲੂ ਨੇ ਕਿਹਾ, ਭਗਵਾਨ ਤਾਂ ਤੁਸੀਂ ਵੀ ਹੋ, ਪਰ ਉਹ ਜਾਗੇ ਹੋਏ ਹਨ। ਉਹਨਾਂ ਨੇ ਆਪਣੇ ਆਪ ਨੂੰ ਜਾਣ ਲਿਆ ਹੈ ਅਤੇ ਸਾਧ ਲਿਆ ਹੈ। ਉਹ ਚੱਲ ਪਏ ਹਨ। ਜੇ ਘੋੜਾ ਜੋਤਿਆ ਨਾ ਜਾਵੇ ਉਹ ਚੱਲਦਾ ਨਹੀਂ। ਜੇ ਪਾਣੀ ਕਿਨਾਰਿਆਂ ਵਿੱਚ ਨਾ ਰਹੇ ਤਾਂ ਉਹ ਕਿਸੇ ਕੰਮ ਨਹੀਂ ਆਉਂਦਾ। ਕੋਈ ਵੀ ਜੀਵਨ ਉਦੋਂ ਤੱਕ ਕੁਝ ਨਹੀਂ ਬਣਦਾ ਜਦੋਂ ਤੱਕ ਸਾਧਿਆ ਨਾ ਜਾਵੇ। ਸਾਧਨ ਦੇ ਇਸ ਕਾਰਜ ਨੂੰ ਕਲਾ ਕਹਿੰਦੇ ਹਨ। ਚੰਗੇ ਬੁਲਾਰੇ ਬਣਨ ਵਾਸਤੇ ਸੁਣਨ ਦੀ ਕਲਾ ਸਿੱਖਣੀ ਪਵੇਗੀ। ਚੰਗੇ ਲੇਖਕ ਬਣਨ ਵਾਸਤੇ ਪੜ੍ਹਨ ਦਾ ਵਿਸ਼ਾਲ ਅਭਿਆਸ ਕਰਨਾ ਪਵੇਗਾ। ਕਿਸੇ ਨੇ ਇੱਕ ਵਿਦਵਾਨ ਨੂੰ ਪੁੱਛਿਆ, ਮੈਂ ਚੰਗੀ ਗੱਲਬਾਤ ਕਰਨੀ ਕਿਵੇਂ ਸਿੱਖ ਸਕਦਾ ਹਾਂ? ਉੱਤਰ ਮਿਲਿਆ, ਸੁਣੋ। ਪਹਿਲਾਂ ਦੂਜੇ ਦੀ ਗੱਲ ਸੁਣੋ, ਦੂਜੇ ਦੀ ਪੂਰੀ ਗੱਲ ਸੁਣੋ, ਦੂਜੇ ਦੀ ਪੂਰੀ ਗੱਲ ਪਹਿਲਾਂ ਸੁਣੋ। ਪੜ੍ਹਨ ਅਤੇ ਸੁਣਨ ਨਾਲ ਮਨੁੱਖ ਚੁੱਪ ਅਤੇ ਸਿਆਣਾ ਹੋ ਜਾਂਦਾ ਹੈ। ਪਛਤਾਵਾ ਹਮੇਸ਼ਾ ਕੁਝ ਬੋਲਣ ਕਰਕੇ ਹੁੰਦਾ ਹੈ। ਚੁੱਪ ਰਹਿਣ ਨਾਲ ਕੋਈ ਤੁਹਾਡੀ ਗੱਲ ਦੇ ਗਲਤ ਅਰਥ ਨਹੀਂ ਕੱਢ ਸਕਦਾ। ਗੱਲਾਂ ਕਰਨ ਦੀ ਥਾਂ ਵਿਚਾਰਵਾਨ ਬਣੋ। ਪੜ੍ਹਨ ਨਾਲ ਵਿਚਾਰ ਮਿਲਦੇ ਹਨ। ਸਮਾਚਾਰ ਪੱਤਰ ਕੇਵਲ ਸੂਚਨਾ ਦਿੰਦੇ ਹਨ, ਵਿਚਾਰ ਪੁਸਤਕਾਂ ਵਿੱਚ ਹੁੰਦੇ ਹਨ। ਵਿਚਾਰਾਂ ਨਾਲ ਪਦਾਰਥਕ ਸਹੂਲਤਾਂ ਦੀ ਹੋਂਦ ਅਣਹੋਂਦ ਦੋਹਾਂ ਨੂੰ ਮਾਨਣ ਦੀ ਯੋਗਤਾ ਵੱਧ ਜਾਂਦੀ ਹੈ। ਸਿਆਣਿਆਂ ਦੇ ਵਿਚਾਰਾਂ ਨੂੰ ਸੁਹਿਰਦਤਾ ਨਾਲ ਸੁਣਨ ਨਾਲ ਬੋਲਣ ਵਾਲਾ ਸਾਡਾ ਸ਼ੁਭ ਚਿੰਤਕ ਬਣ ਜਾਂਦਾ ਹੈ। ਕਿਸੇ ਵਿਦਵਾਨ ਤੋਂ ਲਾਭ ਉਠਾਉਣ ਲਈ ਆਪਣੀ ਅਗਿਆਨਤਾ ਪ੍ਰਤੀ ਸੁਚੇਤ ਅਤੇ ਸੁਹਿਰਦ ਹੋਣਾ ਜ਼ਰੂਰੀ ਹੈ। ਵਿਦਵਾਨ ਸਾਡੇ ਵਿੱਚ ਅਦਿੱਖ ਨੂੰ ਵੇਖਣ ਦੀ ਯੋਗਤਾ ਸਮਰੱਥਾ ਉਪਜਾਉਂਦੇ ਹਨ। ਜਿਹੜਾ ਵਿਅਕਤੀ ਅਦਿੱਖ ਨੂੰ ਵੇਖ ਸਕਦਾ ਹੈ ਉਹ ਵਿਅਕਤੀ ਅਸੰਭਵ ਨੂੰ ਸੰਭਵ ਬਣਾ ਸਕਦਾ ਹੈ। ਉਹ ਅਤਿਅੰਤ ਸਿਆਣੇ ਹੁੰਦੇ ਹਨ ਜਿਨ੍ਹਾਂ ਕੋਲ ਕਿਸੇ ਸਮੇਂ ਕਹਿਣ ਲਈ ਕੁਝ ਨਹੀਂ ਹੁੰਦਾ ਤੇ ਉਹ ਕੁਝ ਨਹੀਂ ਕਹਿੰਦੇ। ਅਜਿਹੇ ਵਿਦਵਾਨ ਪੁਸਤਕਾਂ ਵਰਗੇ ਹੁੰਦੇ ਹਨ, ਸ਼ਾਂਤ ਅਤੇ ਸਥਿਰ। ਪੁਸਤਕਾਂ ਸਾਡੇ ਸੋਚਣ, ਮਹਿਸੂਸ ਕਰਨ ਅਤੇ ਕੰਮ ਕਰਨ ਦਾ ਢੰਗ ਬਦਲ ਦਿੰਦੀਆਂ ਹਨ। ਇੱਕ ਅਨਪੜ੍ਹ ਅਤੇ ਮਾਹਿਰ ਵਿਚਲਾ ਅੰਤਰ ਪੁਸਤਕਾਂ ਕਾਰਨ ਹੁੰਦਾ ਹੈ। ਬੱਚਿਆਂ ਨੂੰ ਪੁਸਤਕਾਂ ਪੜ੍ਹਨ ਲਈ ਮਜਬੂਰ ਨਾ ਕਰੋ। ਆਪ ਪੁਸਤਕਾਂ ਪੜ੍ਹੋ ਅਤੇ ਬੱਚਿਆਂ ਦੀ ਹਾਜ਼ਰੀ ਵਿੱਚ ਪੁਸਤਕਾਂ ਦੀ ਸਿਫਤ ਕਰੋ। ਉਹ ਪੁਸਤਕਾਂ ਲੱਭ ਕੇ ਪੜ੍ਹਨਗੇ। ਜਿਨ੍ਹਾਂ ਨੂੰ ਪੁਸਤਕਾਂ ਪੜ੍ਹਨ ਦੀ ਆਦਤ ਨਹੀਂ ਹੁੰਦੀ
ਉਹਨਾਂ ਵਿੱਚ ਕੋਈ ਪਛਾਣਨਯੋਗ ਯੋਗਤਾ ਵੀ ਨਹੀਂ ਉਸਰਦੀ। ਪੁਸਤਕਾਂ ਸਾਡੇ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਸਿਰਜਦੀਆਂ ਹਨ। ਇਹ ਸਰਬੱਤ ਦਾ ਭਲਾ ਸੋਚਣਾ ਸਿਖਾਉਂਦੀਆਂ ਹਨ। ਤੁਹਾਨੂੰ ਮਹੱਤਵ ਉਦੋਂ ਹੀ ਮਿਲੇਗਾ ਜਦੋਂ ਕੋਈ ਜ਼ਿੰਮੇਵਾਰੀ ਮਿਲੇਗੀ। ਜੇ ਕੋਈ ਜ਼ਿੰਮੇਵਾਰੀ ਨਹੀਂ ਮਿਲ ਰਹੀ ਤਾਂ ਆਪ ਹੀ ਕੋਈ ਜ਼ਿੰਮੇਵਾਰੀ ਲੈ ਲਵੋ। ਮਹੱਤਵ ਸਦਾ ਜ਼ਿੰਮੇਵਾਰੀ ਦੇ ਅਨੁਪਾਤ ਵਿੱਚ ਮਿਲੇਗਾ। ਜ਼ਿੰਮੇਵਾਰੀ ਤੋਂ ਬਿਨਾਂ ਯੋਗਤਾ ਸਮਰੱਥਾ ਦੇ ਕੋਈ ਅਰਥ ਨਹੀਂ ਹੁੰਦੇ। ਜ਼ਿੰਮੇਵਾਰੀ ਦੀ ਆਦਤ ਜੇ ਬਚਪਨ ਵਿੱਚ ਪੈ ਜਾਵੇ ਤਾਂ ਇਹ ਵਰਦਾਨ ਸਿੱਧ ਹੁੰਦੀ ਹੈ, ਪਰ ਜੇ ਆਦਤ ਨਾ ਹੋਵੇ ਤੇ ਜ਼ਿੰਮੇਵਾਰੀ ਪੈ ਜਾਵੇ ਇਹ ਸਥਿਤੀ ਮੁਸੀਬਤ ਬਣ ਜਾਂਦੀ ਹੈ। ਮਾਪਿਆਂ ਨੂੰ ਆਪਣੇ ਵਿਹਾਰ ਨਾਲ ਬੱਚਿਆਂ ਲਈ ਜ਼ਿੰਮੇਵਾਰੀਆਂ ਦੀਆਂ ਉਦਾਹਰਨਾਂ ਸਿਰਜਣੀਆਂ ਪੈਣਗੀਆਂ ਅਤੇ ਬੱਚਿਆਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਜ਼ਿੰਮੇਵਾਰੀਆਂ ਦੇਣੀਆਂ ਪੈਣਗੀਆਂ। ਬੱਚੇ ਉਦਾਹਰਨਾਂ ਤੋਂ ਸਿੱਖਦੇ ਹਨ, ਉਪਦੇਸ਼ਾਂ ਤੋਂ ਨਹੀਂ। ਬੱਚਿਆਂ ਨੂੰ ਜਿਤਨੀਆਂ ਮਰਜ਼ੀ ਆਦਤਾਂ ਸਿਖਾਉਣ ਦਾ ਯਤਨ ਕਰੋ, ਉਹ ਕਰਨਗੇ ਉਵੇਂ ਹੀ ਜਿਵੇਂ ਉਹਨਾਂ ਦੇ ਮਾਪੇ ਕਰਦੇ ਹਨ। ਚੰਗੀਆਂ ਉਦਾਹਰਨਾਂ ਨਾਲ ਬੱਚਿਆਂ ਨੂੰ ਆਸ਼ਾਵਾਦੀ ਬਣਾਓ, ਉਹਨਾਂ ਵਿੱਚ ਜ਼ਿੰਦਗੀ ਦੀ ਹਾਂ ਭਰੋ, ਨਹੀਂ ਤਾਂ ਉਹ ਨਿਰਾਸ਼ਾਵਾਦੀ ਹੋ ਨਿਬੜਨਗੇ। ਨਿਰਾਸ਼ਾਵਾਦੀ ਕਦੇ ਵੀ ਮਹੱਤਵਪੂਰਨ ਵਿਅਕਤੀ ਨਹੀਂ ਹੁੰਦੇ ਅਤੇ ਮਹੱਤਵਪੂਰਨ ਵਿਅਕਤੀ ਕਦੇ ਨਿਰਾਸ਼ਾਵਾਦੀ ਨਹੀਂ ਹੁੰਦੇ। ਪਿੱਛੇ ਜਿਹੇ ਆਪਣੇ ਇੱਕ ਮਿੱਤਰ ਕੋਲ ਇੱਕ ਪਿੰਡ ਜਾਣ ਦਾ ਅਵਸਰ ਮਿਲਿਆ। ਦਰੱਖਤਾਂ ਦੇ ਇੱਕ ਝੁੰਡ ਦੀ ਛਾਂ ਵਿੱਚ ਬੈਠੇ ਪੁਰਾਣੀਆਂ ਯਾਦਾਂ ਨੂੰ ਸੱਜਰਾ ਕਰ ਰਹੇ ਸਾਂ। ਇੱਕ ਕੋਇਲ ਸਮੁੱਚੇ ਵਾਤਾਵਰਨ ਨੂੰ ਆਪਣੀ ਮਿੱਠੀ ਆਵਾਜ਼ ਨਾਲ ਰੰਗ ਰਹੀ ਸੀ। ਨੇੜੇ ਹੀ ਮੇਰੇ ਮਿੱਤਰ ਦਾ ਵੱਡਾ ਭਰਾ ਦਿਨ ਵੇਲੇ ਸੌਣ ਦਾ ਯਤਨ ਕਰ ਰਿਹਾ ਸੀ। ਉਸਦਾ ਵਿਆਹ ਨਹੀਂ ਸੀ ਹੋਇਆ। ਕੁਝ ਚਿਰ ਮਗਰੋਂ ਕੋਇਲ ਤੜਫਦੀ ਹੋਈ ਸਾਡੇ ਮੰਜੇ ਦੇ ਨੇੜੇ ਆ ਡਿੱਗੀ। ਮੇਰੇ ਮਿੱਤਰ ਨੇ ਆਪਣੇ ਭਰਾ ਨੂੰ ਕਿਹਾ, ਕਾਹਨੂੰ ਮਾਰਨੀ ਸੀ? ਭਰਾ ਨੇ ਕਿਹਾ, ਕੰਨ ਖਾਈ ਜਾਂਦੀ ਸੀ। ਜ਼ਿੰਦਗੀ ਦੀ ਇੱਕ ਹੋਰ ਝਾਕੀ ਵਿੱਚ ਹਾਦਸੇ ਵਿੱਚ ਕਈ ਵਿਅਕਤੀ ਫੱਟੜ ਹੋ ਗਏ ਸਨ। ਜਿਸ ਨੂੰ ਸਭ ਤੋਂ ਵੱਧ ਸੱਟਾਂ ਲੱਗੀਆਂ ਸਨ ਉਹ ਬਾਕੀਆਂ ਨੂੰ ਕਹਿ ਰਿਹਾ ਸੀ, ਘਬਰਾਓ ਨਾ, ਆਪਾਂ ਸਭ ਠੀਕ ਹੋ ਜਾਵਾਂਗੇ। ਆਸ਼ਾਵਾਦੀ ਉਹ ਰੌਸ਼ਨੀ ਨੂੰ ਵੀ ਵੇਖ ਲੈਂਦਾ ਹੈ ਜਿਹੜੀ ਉੱਥੇ ਹੁੰਦੀ ਹੀ ਨਹੀਂ, ਅਤੇ ਨਿਰਾਸ਼ਾਵਾਦੀ ਜਗਦੇ ਦੀਵੇ ਨੂੰ ਵੀ ਫੂਕ ਮਾਰ ਕੇ ਬੁਝਾ ਦਿੰਦਾ ਹੈ। ਆਸ਼ਾਵਾਦੀ ਨੂੰ ਅਵਸਰ ਹੀ ਅਵਸਰ ਦਿਸਦੇ ਹਨ। ਕਿਸੇ ਨੇ ਕਿਹਾ, ਮੈਨੂੰ ਕੋਈ ਵਿਸ਼ੇਸ਼ ਅਵਸਰ ਨਹੀਂ ਮਿਲਿਆ। ਸੁਣਨ ਵਾਲੇ ਨੇ ਕਿਹਾ, ਵਿਸ਼ੇਸ਼ ਅਵਸਰ ਕਿੱਥੇ ਹਨ? ਕੋਈ ਅਵਸਰ ਵਿਸ਼ੇਸ਼ ਨਹੀਂ ਹੁੰਦਾ। ਅਵਸਰ ਮਨੁੱਖ ਦੀ ਯੋਗਤਾ ਅਤੇ ਸਮਰੱਥਾ ਵਿੱਚ ਹੁੰਦੇ ਹਨ। ਜਿਨ੍ਹਾਂ ਵਿੱਚ ਕੁਝ ਕਰਨ ਦਾ ਚਾਅ ਹੁੰਦਾ ਹੈ ਉਹ ਜਿਹੜਾ ਵੀ ਅਵਸਰ ਮਿਲੇ ਉਸ ਨੂੰ ਘੁੱਟ ਕੇ ਜੱਫੀ ਪਾ ਲੈਂਦੇ ਹਨ। ਜਿਹੜੇ ਸੂਰਜ ਨਿਕਲਣ 'ਤੇ ਵੀ ਸੁੱਤੇ ਰਹਿੰਦੇ ਹਨ ਉਹ ਆਪ ਤੰਗ ਹੁੰਦੇ ਹਨ ਅਤੇ ਦੂਜਿਆਂ ਨੂੰ ਤੰਗ ਕਰਦੇ ਰਹਿੰਦੇ ਹਨ। ਅਵਸਰ ਜਦੋਂ ਹੱਥੋਂ ਨਿਕਲ ਜਾਂਦਾ ਹੈ ਤਾਂ ਉਹ ਆਪਣੇ ਅਸਲੀ ਆਕਾਰ ਤੋਂ ਵੀ ਵੱਡਾ ਲੱਗਣ ਲੱਗ ਪੈਂਦਾ ਹੈ। ਅਵਸਰ ਮਾਣਨ ਵਾਸਤੇ ਸਵੇਰੇ ਉੱਠਣਾ ਪਵੇਗਾ। ਸਵੇਰੇ ਉੱਠਣਾ ਯੋਗ ਵਿਅਕਤੀਆਂ ਦਾ ਇੱਕ ਮੁੱਢਲਾ ਲੱਛਣ ਹੁੰਦਾ ਹੈ। ਸਵੇਰੇ ਉੱਠਣ ਕਰਕੇ ਉਹਨਾਂ ਕੋਲ ਖੁੱਲ੍ਹਾ ਸਮਾਂ ਹੁੰਦਾ ਹੈ ਅਤੇ ਉਹਨਾਂ ਦੀ ਪਹੁੰਚ ਹਾਂ ਪੱਕੀ ਹੁੰਦੀ ਹੈ। ਜਿਹੜੇ ਵਿਅਕਤੀਆਂ ਵਿੱਚ ਸਾਹਸ ਹੁੰਦਾ ਹੈ, ਜੋਸ਼ ਹੁੰਦਾ ਹੈ, ਅਜਿਹੇ ਵਿਅਕਤੀਆਂ ਵਿੱਚ ਸਾਹਸ ਹੁੰਦਾ ਹੈ, ਜੋਸ਼ ਹੁੰਦਾ ਹੈ। ਇੱਕ ਵਿਅਕਤੀ ਕਿਸੇ ਦਫ਼ਤਰ ਗਿਆ, ਚਾਹ ਪੀਤੀ ਜਾ ਰਹੀ ਸੀ। ਉਸ ਵਿਅਕਤੀ ਨੇ ਕਰਮਚਾਰੀ ਨੂੰ ਆਪਣਾ ਕੰਮ ਦੱਸਿਆ। ਕੰਮ ਕਰਨ ਉਪਰੰਤ ਉਹ ਕਰਮਚਾਰੀ ਨੇ ਪੁੱਛਿਆ, ਤੁਸੀਂ ਪਹਿਲੀ ਵਾਰ ਆਏ ਹੋ? ਤੁਸੀਂ ਆਪਣਾ ਕੰਮ ਮੈਨੂੰ ਹੀ ਕਿਉਂ ਦੱਸਿਆ? ਉੱਤਰ ਮਿਲਿਆ, ਕਈ ਚਿਹਰੇ ਹੁੰਦੇ ਹਨ ਜਿਨ੍ਹਾਂ ਉੱਤੇ ਨਾਂ ਲਿਖੀ ਹੁੰਦੀ ਹੈ। ਤੁਹਾਡੇ ਚਿਹਰੇ 'ਤੇ ਮੈਨੂੰ ਹਾਂ ਵਿਖਾਈ ਦਿੱਤੀ ਸੀ। ਅਸੀਂ ਉਸ ਦੁਕਾਨਦਾਰ ਕੋਲ ਹੀ ਜਾਂਦੇ ਹਾਂ ਜਿਸ ਦੇ ਚਿਹਰੇ 'ਤੇ ਹਾਂ ਲਿਖੀ ਹੁੰਦੀ ਹੈ। ਦੁਕਾਨਦਾਰਾਂ ਨੂੰ ਆਪਣੀ ਯੋਗਤਾ 'ਤੇ ਵਿਸ਼ਵਾਸ ਹੁੰਦਾ ਹੈ। ਰੇਹੜੀਆਂ ਵਾਲੇ ਕੀਮਤ ਪਹਿਲਾਂ ਦੱਸਦੇ ਹਨ, ਦੁਕਾਨਦਾਰ ਕੀਮਤ ਮਗਰੋਂ ਦੱਸਦੇ ਹਨ, ਕਿਉਂਕਿ ਉਹਨਾਂ ਨੂੰ ਭਰੋਸਾ ਹੁੰਦਾ ਹੈ ਕਿ ਉਹਨਾਂ ਕੋਲ ਗਾਹਕ ਦੀ ਤਸੱਲੀ ਕਰਵਾਉਣ ਦੀ ਯੋਗਤਾ ਅਤੇ ਸਮਰੱਥਾ ਹੈ।
ਅੱਜ ਅਸੀਂ ਪਿਛਲੀਆਂ ਸਾਰੀਆਂ ਸਦੀਆਂ ਦੌਰਾਨ ਲਗਭਗ 2000 ਯੋਗ ਸਮਰੱਥ ਸੁੰਗੜ ਸਿਆਣੇ ਸਨੇਹੀ ਸਹਿਯੋਗੀ ਅਤੇ ਅਨੁਭਵੀ ਵਿਅਕਤੀਆਂ ਦੇ ਯੋਗਦਾਨ ਸਦਕਾ ਹੀ ਜੀਵਨ ਦੇ ਸੁੱਖ ਮਾਣ ਰਹੇ ਹਾਂ। ਜੇ ਇਹ ਯੋਗ ਅਤੇ ਸਮਰੱਥਾਵਾਨ ਵਿਅਕਤੀ ਨਾ ਹੁੰਦੇ ਤਾਂ ਅਸੀਂ ਹੁਣ ਵੀ ਗੁਫਾਵਾਂ ਵਿੱਚ ਰਹਿੰਦਿਆਂ ਜੰਗਲਾਂ ਵਿੱਚ ਸ਼ਿਕਾਰ ਹੁੰਦੇ ਅਤੇ ਸ਼ਿਕਾਰ ਕਰਦੇ ਹੋਣਾ ਸੀ। ਸੰਸਾਰ ਨੂੰ ਜਿੱਤਣ ਵਾਲੇ ਤੈਮੂਰ ਲਿਗ, ਚੰਗੇਜ਼ ਖਾਨ ਜਾਂ ਹਿਟਲਰ ਨਹੀਂ ਸਨ। ਸੰਸਾਰ ਨੂੰ ਜਿੱਤਿਆ ਹੈ ਸੁਕਰਾਤ ਨੇ, ਬੁੱਧ ਨੇ, ਨਿਊਟਨ ਨੇ ਅਤੇ ਲਿੰਕਨ ਵਰਗਿਆਂ ਨੇ। ਯੋਗਤਾ ਅਤੇ ਸਮਰੱਥਾ ਆਪਣੇ ਹੱਦਾਂ ਸਰਹੱਦਾਂ ਦੇ ਕੋਈ ਅਰਥ ਨਹੀਂ ਹੁੰਦੇ। ਇਹ ਜਾਤ ਪਾਤ ਨੂੰ ਉਲੰਘ ਕੇ ਸਮੁੱਚੀ ਮਾਨਵ ਜਾਤੀ ਦਾ ਸਰਮਾਇਆ ਬਣ ਜਾਂਦੀਆਂ ਹਨ। ਬਹੁਤੇ ਵਿਅਕਤੀ ਸਿੱਖਿਆ ਦੀ ਘਾਟ ਕਰਕੇ ਨਹੀਂ, ਦ੍ਰਿੜ ਇਰਾਦੇ ਦੀ ਅਣਹੋਂਦ ਕਰਕੇ ਯੋਗਤਾ ਦੇ ਬਾਵਜੂਦ ਕਿਸੇ ਮੰਜ਼ਿਲ ਨੂੰ ਨਹੀਂ ਅੱਪੜਦੇ। ਦ੍ਰਿੜ ਇਰਾਦਾ ਯੋਗਤਾ ਦਾ ਇੱਕ ਲੱਛਣ ਹੈ। ਜੀਵਨ ਵਿੱਚ ਦ੍ਰਿੜ ਇਰਾਦੇ ਤੋਂ ਬਿਨਾਂ ਸਫਲਤਾ ਦੀ ਆਸ ਨਹੀਂ ਕਰਨੀ ਚਾਹੀਦੀ। ਯੋਗਤਾ ਅਤੇ ਸਮਰੱਥਾ ਉਪਜਾਉਣ ਲਈ ਵਿਅਕਤੀ ਨੂੰ ਕਈ ਪੜਾਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਉਦਾਹਰਨ ਵਜੋਂ ਅਸੀਂ ਵੇਖਦੇ ਹਾਂ, ਸੁਣਦੇ ਹਾਂ, ਸਮਝਦੇ ਹਾਂ, ਸਿੱਖਦੇ ਹਾਂ ਅਤੇ ਇਹਨਾਂ ਦੇ ਆਧਾਰ 'ਤੇ ਕਾਰਜ ਕਰਦੇ ਹਾਂ। ਸਾਡੀ ਯੋਗਤਾ ਦੇ ਸਾਰੇ ਪੱਖ ਸਾਡੇ ਕਾਰਜਾਂ ਵਿੱਚ ਪ੍ਰਗਟ ਹੁੰਦੇ ਹਨ। ਕਾਰਜਾਂ ਰਾਹੀਂ ਅਸੀਂ ਜ਼ਿੰਦਗੀ ਦੇ ਨੇਮ ਸਮਝਦੇ ਹਾਂ ਅਤੇ ਤਜਰਬੇ ਰਾਹੀਂ ਅਸੀਂ ਉਹ ਕੰਮ ਕਰਦੇ ਹਾਂ ਜਿਨ੍ਹਾਂ 'ਤੇ ਇਹ ਨੇਮ ਲਾਗੂ ਹੁੰਦੇ ਹਨ। ਇਸ ਅਮਲ ਵਿੱਚੋਂ ਸਫਲਤਾਵਾਂ ਅਤੇ ਜਿੱਤਾਂ ਉਪਜਦੀਆਂ ਹਨ। ਜਿੱਤਾਂ ਅਤੇ ਸਫਲਤਾਵਾਂ ਯੋਗਤਾ ਅਤੇ ਸਮਰੱਥਾ ਨੂੰ ਵਧਾਉਂਦੀਆਂ ਹਨ। ਜਿੱਤਾਂ ਸਾਡੀਆਂ ਮੁਸ਼ਕਲਾਂ ਅਤੇ ਕੁਰਬਾਨੀਆਂ ਦੇ ਅਨੁਪਾਤ ਵਿੱਚ ਹੀ ਮਹੱਤਵ ਗ੍ਰਹਿਣ ਕਰਦੀਆਂ ਹਨ। ਮੁਸ਼ਕਲਾਂ ਅਤੇ ਕੁਰਬਾਨੀਆਂ ਨਾਇਕ ਸਿਰਜਦੀਆਂ ਹਨ। ਅਸੀਂ ਉਹਨਾਂ ਨੂੰ ਹੀ ਆਪਣੇ ਨਾਇਕ ਸਮਝਦੇ ਹਾਂ ਜਿਹੜੇ ਸਾਨੂੰ ਮੁਸ਼ਕਲਾਂ ਅਤੇ ਮੁਸੀਬਤਾਂ ਸਾਹਮਣੇ ਡਟਣਾ ਸਿਖਾਉਂਦੇ ਹਨ। ਨਾਇਕ ਹੀ ਯੋਗਤਾ ਅਤੇ ਮਨੁੱਖੀ ਵਿਹਾਰ ਦੇ ਨਵੇਂ ਸੰਕਲਪ ਅਤੇ ਵਿਚਾਰ ਸਿਰਜਦੇ ਹਨ। ਜੇ ਵਿਚਾਰ ਜਾਂ ਸੰਕਲਪ ਪਿੱਛੇ ਯੋਗਤਾ ਅਤੇ ਤਾਕਤ ਨਾ ਹੋਵੇ ਤਾਂ ਅਜਿਹੇ ਵਿਚਾਰ ਜਾਂ ਸੰਕਲਪ ਦੀ ਦੁਰਵਰਤੋਂ ਹੀ ਹੁੰਦੀ ਹੈ। ਅਯੋਗ ਵਿਅਕਤੀਆਂ ਦਾ ਕੋਈ ਨਾਇਕ ਨਹੀਂ ਹੁੰਦਾ। ਅਯੋਗ ਵਿਅਕਤੀ ਸੁਸਤੀ ਨੂੰ ਆਰਾਮ ਕਹਿੰਦੇ ਹਨ, ਜਿਸ ਲਈ ਸਜ਼ਾ ਨਾਲੋਂ ਪਛਤਾਵਾ ਵੱਡੀ ਗੱਲ ਹੈ। ਉਹੀ ਵਿਅਕਤੀ ਯੋਗ ਹੈ, ਉਸੇ ਵਿੱਚ ਸਫਲ ਹੋਣ ਦੀਆਂ ਕਿਸੇ ਲਈ ਉਦਾਹਰਣ ਬਣਨ ਦੀਆਂ ਸੰਭਾਵਨਾਵਾਂ ਹੁੰਦੀਆਂ ਹਨ। ਮਹਾਨ ਵਿਅਕਤੀਆਂ ਵਿੱਚ ਅਤੇ ਸਫਲ ਉਦਾਹਰਣਾਂ ਵਿੱਚ ਗਿਣੇ ਜਾਣ ਦੀ ਇੱਛਾ ਹੀ ਸਾਡੇ ਤੋਂ ਵੱਡੇ ਵੱਡੇ ਕੰਮ ਕਰਾਉਂਦੀ ਹੈ। ਦਰਵੇਸ਼ ਅਤੇ ਵਿਗਿਆਨੀ ਸਮੁੱਚੀ ਮਾਨਵ ਜਾਤੀ ਦੇ ਸੰਦਰਭ ਵਿੱਚ ਸੋਚਦੇ ਹਨ, ਇਸੇ ਲਈ ਉਹ ਮਹਾਨ ਹਨ। ਪਰ ਇਹ ਇੱਛਾ ਕਿ ਕੇਵਲ ਮੈਂ ਹੀ ਮਹਾਨ ਹੋਵਾਂ ਗਰਕ ਜਾਣ ਦੀ ਸੂਚਕ ਹੈ। ਕੇਵਲ ਗੱਲਾਂ ਕਰਨ ਵਾਲੇ ਅਤੇ ਦੂਜਿਆਂ ਵਿੱਚ ਦੋਸ਼ ਕੱਢਣ ਵਾਲੇ ਕਦੀ ਵੀ ਕਿਸੇ ਲਈ ਉਦਾਹਰਣ ਨਹੀਂ ਬਣਦੇ। ਜਿਹੜੇ ਮੋਮਬੱਤੀਆਂ ਵੇਚਦੇ ਹਨ, ਜੇ ਉਹਨਾਂ ਨੂੰ ਸੂਰਜ ਦੀ ਰੌਸ਼ਨੀ ਚੰਗੀ ਨਹੀਂ ਲੱਗਦੀ ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਮੋਮਬੱਤੀ ਜਿੱਤਣਾ ਹੀ ਚਾਨਣ ਹੋਵੇਗਾ। ਜੇ ਝੋਲੀ ਛੋਟੀ ਹੈ ਤਾਂ ਦਾਤਾਂ ਵੱਡੀਆਂ ਨਹੀਂ ਹੋ ਸਕਦੀਆਂ। ਗੜਵੀ ਵਿੱਚ ਬਾਲਟੀ ਨਹੀਂ ਉਲਟਾਈ ਜਾ ਸਕਦੀ। ਯੂਨਾਨ ਦੇ ਮਹਾਨ ਕਵੀ ਹੋਮਰ ਨੇ ਆਪਣੇ ਮਹਾਕਾਵਿ ਵਿੱਚ ਅਜਿਹੇ ਸੂਰਬੀਰਾਂ ਅਤੇ ਬਹਾਦਰਾਂ ਨੂੰ ਨਾਇਕ ਬਣਾਇਆ ਕਿ ਨਾਇਕ ਵਰਗਾ ਬਣਨਾ ਹਰੇਕ ਯੂਨਾਨੀ ਜਵਾਨ ਦਾ ਆਦਰਸ਼ ਬਣ ਗਿਆ। ਜਦੋਂ ਇਹ ਹੋਇਆ ਤਾਂ ਯੂਨਾਨ ਚੱਲ ਨਿਕਲਿਆ ਅਤੇ ਨਿੱਕੇ ਨਿੱਕੇ ਕਸਬਿਆਂ ਵਾਲਾ ਯੂਨਾਨ ਵਿਸ਼ਵ ਦੀ ਮਹਾਨ ਸਭਿਅਤਾ ਬਣਿਆ। ਇੱਕ ਯੋਗ ਅਤੇ ਸਮਰੱਥਾਵਾਦ ਕਾਰੀਗਰ ਮਿੱਟੀ ਨੂੰ ਮੂਰਤੀ ਅਤੇ ਇੱਟਾਂ ਨੂੰ ਇਮਾਰਤ ਬਣਾ ਦਿੰਦਾ ਹੈ। ਪੁਰਾਤਨ ਕਾਲ ਵਿੱਚ ਅਗਸਟਸ ਨੇ ਜਦੋਂ ਰੋਮ ਦਾ ਰਾਜ ਭਾਗ ਸੰਭਾਲਿਆ ਤਾਂ ਰੋਮ ਇੱਟਾਂ ਦਾ ਬਣਿਆ ਹੋਇਆ ਸੀ।
ਵੇਖਦਿਆਂ ਵੇਖਦਿਆਂ ਅਗਸਟਸ ਨੇ ਯਤਨਾਂ ਸਦਕਾ ਸਭ ਪਾਸੇ ਸੰਗਮਰਮਰ ਹੀ ਸੰਗਮਰਮਰ ਹੋ ਗਿਆ। ਸਾਡੇ ਆਪਣੇ ਜ਼ਮਾਨੇ ਵਿੱਚ ਬਰਤਾਨੀਆ ਦੀ ਸ਼ਾਹੀ ਹਕੂਮਤ ਨੂੰ ਇੱਕ ਗਰੀਬੜੇ ਦੇਸ਼ ਦੇ ਗਾਂਧੀ ਨੇ ਮੁਲਕ ਵਿੱਚੋਂ ਚਲੇ ਜਾਣ ਲਈ ਮਜਬੂਰ ਕੀਤਾ ਸੀ। 20ਵੀਂ ਸਦੀ ਵਿੱਚ ਤੁਰਕੀ ਵਿੱਚ ਅਜਿਹਾ ਹੀ ਕਮਾਲ ਅਤਾਤੁਰਕ ਨੇ ਕਰ ਵਿਖਾਇਆ। ਅਤਾਤੁਰਕ ਤੋਂ ਪਹਿਲਾਂ ਤੁਰਕੀ ਏਸ਼ੀਆ ਦਾ ਪਛੜਿਆ ਹੋਇਆ ਅੰਤਲਾ ਦੇਸ਼ ਸੀ। ਅਤਾਤੁਰਕ ਦੇ ਯਤਨ ਸਦਕਾ ਤੁਰਕੀ ਯੂਰਪ ਦਾ ਪਹਿਲਾ ਖੁਸ਼ਹਾਲ ਮੁਲਕ ਬਣ ਗਿਆ। ਜਦੋਂ ਤੇਜਸਵੀ ਦ੍ਰਿਸ਼ਟੀ ਅਤੇ ਸਪਸ਼ਟ ਦਿਸ਼ਾ ਕਿੱਕਲੀ ਕਲੀਰ ਪਾਉਂਦੀਆਂ ਹਨ ਤਾਂ ਕਰਾਮਾਤਾਂ ਵਾਪਰਦੀਆਂ ਹਨ। ਜੇ ਦਿਸ਼ਾ ਠੀਕ ਹੋਵੇ ਤਾਂ ਇੱਕ ਲੰਗੜਾ ਵੀ ਗਲਤ ਸੇਧ ਵਿੱਚ ਦੌੜ ਰਹੇ ਇੱਕ ਨਿਪੁੰਨ ਦੜਾਕ ਨੂੰ ਹਰਾ ਦਿੰਦਾ ਹੈ। ਬਹਾਦਰੀ, ਅਸੂਲ, ਸੁਹਿਰਦਤਾ ਅਤੇ ਚਰਿੱਤਰ ਆਦਿ ਯੋਗ ਅਤੇ ਸਮਰੱਥਾਵਾਨ ਵਿਅਕਤੀਆਂ ਦੇ ਸਦੀਵੀ ਗੁਣ ਹੁੰਦੇ ਹਨ। ਮੁਸੀਬਤਾਂ ਅਤੇ ਮਾਯੂਸੀਆਂ ਵੇਲੇ ਇਹਨਾਂ ਗੁਣਾਂ ਦੀ ਹੀ ਲੋੜ ਪੈਂਦੀ ਹੈ। ਆਪਣੀ ਹੋਂਦ ਦਾ ਸਬੂਤ ਅਸੀਂ ਆਪ ਹੀ ਹਾਂ। ਆਪਣੀ ਯੋਗਤਾ ਅਤੇ ਸਮਰੱਥਾ ਦਾ ਸਬੂਤ ਅਸੀਂ ਆਪ ਹੀ ਦੇਣਾ ਹੈ। ਜਿਵੇਂ ਬੀਜ ਆਪਣੀ ਯੋਗਤਾ ਦਾ ਸਬੂਤ ਦਰੱਖਤ ਬਣ ਕੇ ਦਿੰਦਾ ਹੈ। ਅਸੀਂ ਗੁਆਚ ਗਏ ਅਵਸਰਾਂ ਨੂੰ ਵਾਪਸ ਨਹੀਂ ਲਿਆ ਸਕਦੇ, ਅਸੀਂ ਵਕਤ ਨੂੰ ਪੈਦਾ ਨਹੀਂ ਕਰ ਸਕਦੇ, ਪਰ ਆਪਣੀ ਯੋਗਤਾ ਅਤੇ ਸਮਰੱਥਾ ਨਾਲ ਅਸੀਂ ਆਉਣ ਵਾਲੇ ਸਮੇਂ ਨੂੰ ਅਤੇ ਉਪਜਣ ਵਾਲੇ ਅਵਸਰਾਂ ਨੂੰ ਮੁੱਲਵਾਨ ਜ਼ਰੂਰ ਬਣਾ ਸਕਦੇ ਹਾਂ। ਧੰਨਵਾਦ।